ਘੱਟ ਸਿੱਖ ਪੁਲਿਸ ਵਾਲੇ ਸੀ ਜਿਹੜੇ ਮੇਰੇ ਮੂੰਹ ਦੇ ਵਿੱਚ ਚੱਪਲ ਪਾ ਦਿੰਦੇ ਸਨ ਤੇ ਚੱਪਲ ਪਾ ਕੇ ਕਹਿੰਦੇ ਸੀ ਖਬਰਦਾਰ ਜਿਹੜੀ ਗੱਲ ਪੁੱਛਦੇ ਆ ਉਹ ਬੋਲ ਵਾਹਿਗੁਰੂ ਨਹੀਂ ਬੋਲਣਾ। ਵੀ ਉਹਦੇ ਮਰ ਜਾਂਦੇ ਤੇ ਇੱਕੇ ਦਿਨ ਮਰ ਜਾਣਾ ਸੀ, ਅੱਜ ਰੋਜ਼-ਰੋਜ਼ ਮਰਦੇ ਫਿਰਦੇ ਆ। ਜਿਨ੍ਹਾਂ ਤੋਂ ਅਸੀਂ ਆਸ ਕਰਦੇ ਸੀ ਵੀ ਉਹ ਪੁਲਿਸ ਨੂੰ ਸਜ਼ਾਵਾਂ ਦਿਵਾਉਣਗੇ, ਸਾਨੂੰ ਇਨਸਾਫ ਮਿਲੂਗਾ, ਉਹ ਆਪ ਪੁਲਿਸ ਦੇ ਹੋ ਗਏ। ਉਹਨਾਂ ਨੇ ਰਾਜ ਕਰਦਿਆਂ ਆਪਦੇ ਪਾਵਰ 'ਚ ਆ ਕੇ ਉਹ ਪੁਲਿਸ ਵਾਲਿਆਂ ਨੂੰ ਉੱਚੇ ਅਹੁਦਿਆਂ ਤੇ ਲਾਇਆ ਜਿਨ੍ਹਾਂ ਨੇ ਉਦੋਂ ਸਿੱਖ ਕੌਮ ਨੂੰ ਜ਼ਿਆਦਾ ਕੁੱਟਿਆ ਤੇ ਲੁੱਟਿਆ। 11 MP ਸਾਡੇ ਅੰਦਰ ਜਾ ਕੇ ਸਾਡੀ ਆਵਾਜ਼ ਉਠਾਉਂਦੇ ਤਾਂ ਫਿਰ ਸਾਡਾ ਜਿਹੜਾ ਕੌਮ ਦਾ ਘਾਣ ਹੋਇਆ ਇਹ ਨਾ ਹੁੰਦਾ। ਤੁਹਾਨੂੰ ਲੱਗਦਾ ਵੀ ਕੁਝ ਐਸੇ ਗਦਾਰ ਅੱਜ ਵੀ ਜਿਉਂਦੇ ਨੇ? ਅੱਜ ਵੀ ਖਾਲਿਸਤਾਨ ਜਿੰਦਾਬਾਦ ਕਹਿ ਕੇ ਆਪਣੇ ਆਪ ਨੂੰ ਖਾਲਿਸਤਾਨੀ ਕਹਿ ਕੇ ਅੱਜ ਵੀ ਪੈਸੇ ਬਟੋਰ ਰਹੇ ਆ। ਅੱਜ ਵੀ ਗੌਰਮੈਂਟ ਨਾਲ ਰਲ ਕੇ ਸਿੱਖ ਕੌਮ ਦਾ ਵਜੂਦ ਖਤਮ ਕਰਨ ਤੱਕ ਹੋਏ ਪਏ ਆ। ਖਾੜਕੂ ਨੇ ਜੇ ਕੋਈ ਜ਼ਮੀਨ ਖਰੀਦੀ ਹੈ ਜਾਂ ਆਪਦੀ ਵੀ ਸੀ, ਜਿਹੜੇ ਘਰ ਪਾਏ ਸੀ ਉਸ ਸਭ ਢਾਹ ਢਹਾਤੇ, ਰਿਸ਼ਤੇਦਾਰਾਂ ਤੇ ਕੁੱਟਾਂ ਪੈ ਗਈਆਂ। ਪਰ ਦਲਜੀਤ ਬਿੱਟੂ ਦਾ ਨਾ ਤਾਂ ਕੋਈ ਰਿਸ਼ਤੇਦਾਰ ਕਿਸੇ ਨੇ ਬੁਲਾਇਆ ਤੇ ਨਾ ਉਹ ਜ਼ਮੀਨ ਜਿਹੜੀ ਪਤਾ ਹੈ ਵੀ ਖਾੜਕੂਬਾਦ ਦੇ ਪੈਸੇ ਨਾਲ ਬਣਾਈ ਗਈ ਹੈ ਉਹ ਜ਼ਬਤ ਨਹੀਂ ਕੀਤੀ। ਕੈਟ ਤੁਹਾਡੇ ਵਿੱਚੋਂ ਹੀ ਤਿਆਰ ਕੀਤਾ ਜਾਂਦਾ ਸੀ? ਪਤਾ ਲੱਗਿਆ ਵੀ ਜਿਹੜੇ ਕੈਟ ਸਰਕਾਰ ਤਿਆਰ ਕਰਦੀ ਸੀ ਸਮਾਂ ਪਾ ਕੇ ਉਹਨਾਂ ਨੂੰ ਵਰਤ ਕੇ ਮਾਰ ਦਿੰਦੀ ਸੀ। ਬਿਲਕੁਲ। ਸੁਖੀ ਕਿੱਥੇ ਹੈ? ਜਿਹੜਾ ਸੱਚਾ ਸੀ ਬੰਦਾ, ਸੰਘਰਸ਼ ਦੇ ਸਿੱਖ ਕੌਮ ਦੇ ਨਾਲ ਖੜਾ ਸੀ, ਸਿੱਖ ਕੌਮ ਲਈ ਲੜਿਆ, ਉਹ ਨਪੀੜਿਆ ਗਿਆ। ਸਿੱਖ ਕੌਮ ਨਾਲ ਗਦਾਰੀ ਕਰਨ ਵਾਲੇ ਆ ਜਿਹੜੇ, ਉਹ ਵੱਡੀਆਂ ਗੱਡੀਆਂ ਤੇ ਘੁੰਮਦੇ ਆ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਤਹਿ ਦਿਲੋਂ ਸਵਾਗਤ ਕੀਤਾ ਜਾਂਦਾ। ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਹੈ ਕਿਸੇ ਨਾ ਕਿਸੇ ਸ਼ਖਸੀਅਤ ਨੂੰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਆ ਜਾਣਾ। ਮੈਂ ਮੁੱਦੇ ਕਈ ਪ੍ਰਕਾਰ ਦੇ ਹੁੰਦੇ ਨੇ, ਕੁਝ ਆਪਣੀਆਂ ਦੇ ਗੱਦਾਰੀਆਂ ਤੋਂ ਵੀ ਸਤਾਏ ਹੁੰਦੇ ਨੇ, ਉਹ ਵੀ ਸਾਡੇ ਕੋਲ ਮੁੱਦੇ ਆ ਜਾਂਦੇ ਨੇ। ਜੇ ਖਾੜਕੂ ਲਹਿਰ ਦੀ ਗੱਲ ਕਰਾਂ ਤੇ ਵੀਰ ਦਲਜੀਤ ਸਿੰਘ ਦੂਲੇਵਾਲ ਨੇ ਇੱਕ ਗੱਲ ਮੈਨੂੰ ਪਿਛਲੀ ਇੰਟਰਵਿਊ ਵਿੱਚ ਕਹੀ ਸੀ। ਕਹਿਣ ਲੱਗੇ ਹਰਪ੍ਰੀਤ ਸਿੰਘ, ਜਦੋਂ ਮੈਨੂੰ ਟੌਰਚਰ ਕੀਤਾ ਜਾਂਦਾ ਸੀ ਤੇ ਕਹਿੰਦੇ ਕਿ ਉਸ ਵੇਲੇ ਜਦੋਂ ਮੈਂ ਕਹਿੰਦਾ ਸਾਂ ਮੇਰੇ ਵਾਹਿਗੁਰੂ ਸ਼ਬਦ ਵਰਤਦਾ ਸਾਂ ਤੇ ਕਹਿੰਦੇ ਮੇਰੇ ਮੂੰਹ ਦੇ ਵਿੱਚ ਉਹ ਘੱਟੋ ਘੱਟ ਸਿੱਖ ਪੁਲਿਸ ਵਾਲੇ ਸੀ ਜਿਹੜੇ ਮੇਰੇ ਮੂੰਹ ਦੇ ਵਿੱਚ ਚੱਪਲ ਪਾ ਦਿੰਦੇ ਸਨ ਤੇ ਚੱਪਲ ਪਾ ਕੇ ਕਹਿੰਦੇ ਸੀ ਖਬਰਦਾਰ ਜਿਹੜੀ ਗੱਲ ਪੁੱਛਦੇ ਆ ਉਹ ਬੋਲ ਵਾਹਿਗੁਰੂ ਨਹੀਂ ਬੋਲਣਾ। ਇਸ ਤਰੀਕੇ ਦਾ ਟੌਰਚਰ ਹੋਇਆ ਇਹਨਾਂ ਦੇ ਨਾਲ। ਪਰ ਮੇਰੇ ਮਨ 'ਚ ਖਿਆਲ ਨਹੀਂ ਆਉਂਦਾ ਹੈ ਕਿ 89 ਵੇਲੇ, ਕਿਉਂਕਿ ਜੇ 84 ਤੋਂ ਬਾਅਦ ਹੀ ਸਾਰੀ ਇਹ ਮੁਹਿੰਮ ਚੱਲਦੀ ਹੈ ਜੋ ਟੌਰਚਰ ਹੁੰਦਾ ਹੈ, 89 ਵੇਲੇ ਸਾਡੇ ਆਪਣੇ ਖਾੜਕੂ ਸਿੰਘ ਉਸ ਸੱਤਾ ਵਿੱਚ ਆਏ, ਖਾੜਕੂਆਂ ਵੱਲੋਂ ਸਰਕਾਰ ਬਣਦੀ ਹੈ ਜਾਂ ਇੰਝ ਕਹ ਲਈਏ ਕਿ ਬਹੁਤੇ ਜ਼ਿਆਦਾ MP ਜਿੱਤਦੇ ਹੈ। ਇਹਨਾਂ ਨੇ ਆਖਰਕਾਰ ਆਪਣੇ ਉਸ ਸਮੇਂ ਦੇ ਦੌਰਾਨ ਆਪਣੇ ਖਾੜਕੂ ਸਿੰਘਾਂ ਦੇ ਪਰਿਵਾਰਾਂ ਨੂੰ ਤੇ ਇਹਨਾਂ ਨੂੰ ਬਚਾਉਣ ਵਾਸਤੇ ਕੀ ਕੀਤਾ? ਇਹ ਮਾਮਲਾ ਬੜਾ ਗੰਭੀਰ ਬਣ ਜਾਂਦਾ ਹੈ ਤੇ ਇਸ ਮਾਮਲੇ ਦੇ ਉੱਪਰ ਆਪਾਂ ਜਾਣਕਾਰੀ ਲੈਣੀ ਆ ਸਰਦਾਰ ਦਲਜੀਤ ਸਿੰਘ ਦੂਲੇਵਾਲ ਦੇ ਕੋਲੋਂ ਤੇ ਜਾਣਕਾਰੀਆਂ ਲੈਂਦੇ ਹੋਏ ਇਹ ਵੀ ਪੁੱਛਾਂਗੇ ਕਿ ਜਿਹੜੇ ਉਹ ਪੁਲਿਸ ਵਾਲੇ ਨੇ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਦੀ ਕਿਸੇ ਨੇ ਮੰਗ ਕੀਤੀ। ਆਓ ਜਾਣਦੇ ਹਾਂ। ਸਭ ਤੋਂ ਪਹਿਲਾਂ ਪ੍ਰੋਗਰਾਮ ਵਿੱਚ ਸਵਾਗਤ ਕਰਦੇ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰੇ ਜੀ, ਤੁਸੀਂ ਪਿਛਲੀ ਇੰਟਰਵਿਊ ਵਿੱਚ ਗੱਲਬਾਤ ਕੀਤੀ ਸੀ, ਬੜੇ ਲੋਕਾਂ ਨੇ ਉਸ ਚੀਜ਼ ਨੂੰ ਸੁਣਿਆ ਜਦੋਂ ਤੁਸੀਂ ਜ਼ਿਕਰ ਕੀਤਾ ਕਿ ਜਦੋਂ ਮੈਂ ਵਾਹਿਗੁਰੂ ਦਾ ਨਾਮ ਲੈਣਾ ਸਾਂ, ਜਾਪ ਕਰਦਾ ਸਾਂ ਤੇ ਉਸੇ ਨੂੰ ਹੀ ਚੇਤੇ ਕੀਤਾ ਜਾਂਦਾ। ਹੋਰ ਜਦੋਂ ਬੰਦਾ ਬੜਾ ਦਰਦ ਨਾਲ ਕਰਾਹ ਰਿਹਾ ਹੋਵੇ, ਅਗਲੇ ਪਾਸੇ ਜਲਾਦਾਂ ਦੇ ਬਸ ਪਿਆ ਹੋਵੇ ਤੇ ਵਾਹਿਗੁਰੂ ਚੇਤੇ ਆਉਂਦਾ, ਹੋਰ ਕੌਣ ਚੇਤੇ ਆਵੇਗਾ? ਤੁਸੀਂ ਕਹਿੰਦੇ ਵੀ ਜਦੋਂ ਮੈਂ ਵਾਹਿਗੁਰੂ ਕਹਿਣਾ ਸਾਂ ਤੇ ਮੇਰੇ ਮੂੰਹ ਵਿੱਚ ਚੱਪਲ ਪਾ ਦਿੰਦੇ ਸੀ। ਇਹ ਜੇ ਮੈਂ ਗੱਲ ਕਰਾਂ ਵੀ ਜਿਹੜੇ ਉਹ SSP ਕਹਿ ਲਓ, ASI ਕਹਿ ਲਓ, SHO ਕਹਿ ਲਓ ਜਾਂ ਉਹ ਮੁਲਾਜ਼ਮ ਕਹਿ ਲਓ, ਜਿਨ੍ਹਾਂ ਨੇ ਐਡਾ ਵੱਡਾ ਟੌਰਚਰ ਕੀਤਾ ਵੀ ਤੁਹਾਨੂੰ, ਤੁਸੀਂ ਕਿਹਾ ਵੀ ਨਾ ਜਿਉਂਦਿਆਂ ਚੋਂ ਨਾ ਮਰਿਆਂ ਚੋਂ, ਬਿਲਕੁਲ, ਵੀ ਉਹਦੇ ਮਰ ਜਾਂਦੇ ਤੇ ਇੱਕੇ ਦਿਨ ਮਰ ਜਾਣਾ ਸੀ, ਅੱਜ ਰੋਜ਼-ਰੋਜ਼ ਮਰਦੇ ਫਿਰਦੇ ਆ। ਤੁਸੀਂ ਇਹ ਗੱਲ ਕੀਤੀ, ਸਾਰੀਆਂ ਤੁਹਾਡੀ ਜ਼ੁਬਾਨੀ ਦੱਸੀਆਂ ਹੋਈਆਂ ਗੱਲਾਂ ਨੇ ਕਿ ਉਹ ਜਿਹੜੇ ਪੁਲਿਸ ਵਾਲੇ ਨੇ, ਉਹ ਜਿਹੜੇ ਅਧਿਕਾਰੀ ਸੀ, ਆਲਾ ਅਧਿਕਾਰੀ, ਕਿ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ, ਸਜ਼ਾਵਾਂ ਹੋਈਆਂ ਵੀ ਤੁਸੀਂ ਇੰਝ ਕਹਿ ਲਓ ਵੀ ਇਨਸਾਨੀਅਤ ਤੋਂ ਗਿਰਿਆ ਹੋਇਆ ਕੰਮ ਕੀਤਾ। ਪੁਲਿਸ ਵਾਲੇ ਉਹਨਾਂ ਨੂੰ ਸਜ਼ਾ ਕਿਹਨੇ ਦਿਵਾਉਣੀ ਸੀ ਜੀ? ਸਾਡੇ ਵਰਗਿਆਂ ਨੂੰ ਤਾਂ ਲੱਕ ਭੰਨ ਕੇ ਆਰਥਿਕ ਪੱਖੋਂ ਵੀ,
ਮਾਨਸਿਕ ਪੱਖੋਂ ਵੀ ਤੇ ਸਰੀਰਕ ਪੱਖੋਂ ਵੀ ਘਰੇ ਬਹਾਤਾ। ਤੇ ਸਾਡੇ ਜਿਹੜੇ ਲੀਡਰ ਆ ਜਿਨ੍ਹਾਂ ਤੋਂ ਅਸੀਂ ਆਸ ਕਰਦੇ ਸੀ ਵੀ ਉਹ ਪੁਲਿਸ ਨੂੰ ਸਜ਼ਾਵਾਂ ਦਿਵਾਉਣਗੇ, ਸਾਨੂੰ ਇਨਸਾਫ ਮਿਲੂਗਾ, ਉਹ ਆਪ ਪੁਲਿਸ ਦੇ ਹੋ ਗਏ। ਉਹਨਾਂ ਨੇ ਰਾਜ ਕਰਦਿਆਂ ਆਪਦੇ ਪਾਵਰ 'ਚ ਆ ਕੇ ਉਹ ਪੁਲਿਸ ਵਾਲਿਆਂ ਨੂੰ ਉੱਚੇ ਅਹੁਦਿਆਂ ਤੇ ਲਾਇਆ ਜਿਨ੍ਹਾਂ ਨੇ ਉਦੋਂ ਸਿੱਖ ਕੌਮ ਨੂੰ ਜ਼ਿਆਦਾ ਕੁੱਟਿਆ ਤੇ ਲੁੱਟਿਆ। ਉਹਨਾਂ ਨੂੰ ਉੱਪਰ ਲਿਜਾ ਕੇ ਲਾਇਆ। ਇਸ ਤੋਂ ਪਤਾ ਲੱਗਦਾ ਵੀ ਇਨਸਾਫ ਦਿਵਾਉਣਾ ਤਾਂ ਬਹੁਤ ਦੂਰ ਦੀ ਗੱਲ ਸੀ। ਕੋਈ ਐਸੀ ਸਿੱਖ ਜਥੇਬੰਦੀ ਖੜੀ ਨਹੀਂ ਹੋਈ ਹਜੇ ਤੱਕ ਜਿਹੜੀ ਉਸ ਵਾਸਤੇ ਸਾਨੂੰ ਇਨਸਾਫ ਦਿਵਾਉਣ ਵਾਸਤੇ। ਨਾ ਖਾੜਕੂ ਸਿੰਘਾਂ ਦੀ ਸੂਚੀ ਬਣੀ, ਨਾ ਜਿਨ੍ਹਾਂ ਨੇ ਤੁਹਾਡੇ ਨਾਲ ਧੱਕਾ ਕੀਤਾ ਉਹਨਾਂ ਦੀ ਸੂਚੀ ਬਣੀ, ਬਿਲਕੁਲ ਨਾ ਕਿੰਨੇ ਮਰੇ ਆ ਉਹਨਾਂ ਦੀ ਸੂਚੀ ਬਣੀ, ਕਿੰਨਾ ਟੌਰਚਰ ਕੀਤਾ ਉਹਨਾਂ ਦੀ ਸੂਚੀ ਵੀ। ਤੁਹਾਡੇ ਕਹਿਣ ਤੋਂ ਭਾਵ ਐਸਾ ਕਿਸੇ ਨੇ ਕੰਮ ਨਹੀਂ ਕੀਤਾ ਜੀ, ਨਹੀਂ ਕੀਤਾ। ਇਸ ਤਰ੍ਹਾਂ ਮਤਲਬ ਜੇ ਪੂਰਾ ਆਪਾਂ ਕਹੀਏ ਵੀ ਪੂਰੇ ਪੰਜਾਬ 'ਚ ਕੰਮ ਕੀਤਾ ਹੋਵੇ, ਮੈਨੂੰ ਮਾਲ ਵਿੱਚ ਕਿਤੇ ਨਹੀਂ ਨਜ਼ਰ ਆਉਂਦਾ। ਕਿਤੇ ਉਧਰ ਮਾਝੇ ਦੌਬ ਵਿੱਚ ਕੋਈ ਇੱਕਾ ਦੁੱਕਾ ਹੋਇਆ ਹੋਊ, ਉਧਰ ਵੀ ਨਹੀਂ ਹੋਇਆ ਹੋਣਾ, ਕਿਸੇ ਨੇ ਨਹੀਂ ਕੀਤਾ। ਕੋਈ ਲੀਡਰ, ਕੋਈ ਆਗੂ ਸਿੱਖ ਕੌਮ ਦਾ ਅੱਜ ਤੱਕ ਸਾਡੇ ਤੱਕ ਨਹੀਂ ਪਹੁੰਚਿਆ ਵੀ ਤੁਹਾਡੇ ਭਾਈ ਕੀ ਹਾਲ ਹੈ, ਤੁਸੀਂ ਕਿਹੜੇ ਹਾਲਾਤਾਂ 'ਚੋਂ ਗੁਜ਼ਰੇ ਹੋ, ਅੱਜ ਤੁਹਾਡੀ ਜ਼ਿੰਦਗੀ ਕਿਵੇਂ ਬਸਰ ਹੋ ਰਹੀ ਹੈ। ਇਹ ਸਭ ਦੂਰ ਦੀਆਂ ਗੱਲਾਂ ਹੋ ਗਈਆਂ। ਵੋਟਾਂ ਨੂੰ ਜਾਂਦੇ ਆ, ਉੱਥੇ ਸਾਨੂੰ ਫੇਰ ਵਰਤਣ ਦੀ ਕੋਸ਼ਿਸ਼ ਕਰਦੇ ਆ, ਕਿਉਂਕਿ ਕੁਝ ਲੋਕ ਹੁੰਦੇ ਆ ਜਿਹੜੇ ਪੁਰਾਣੇ ਸਾਡੀ ਏਜ ਦੇ ਜਾਂ ਸਾਥੋਂ ਵੱਡੀ ਏਜ ਦੇ ਜਾਂ ਥੋੜ੍ਹੇ ਛੋਟੇ, ਉਹ ਖਾੜਕੂਵਾਦ ਨੂੰ ਮਤਲਬ ਇੱਕ ਤਰ੍ਹਾਂ ਇੱਜ਼ਤ ਦਿੰਦੇ ਆ, ਮਾਨ ਸਨਮਾਨ ਦਿੰਦੇ ਆ। ਤੇ ਫਿਰ ਇਹ ਜਿਹੜੇ ਲੀਡਰ ਹੈ ਇਹ ਚਾਹੁੰਦੇ ਵੀ ਆਪਦੇ ਨਾਲ ਇਹਨਾਂ ਨੂੰ ਲਾ ਕੇ, ਇਹਨਾਂ ਨੂੰ ਸਟੇਜਾਂ ਤੇ ਬੁਲਾ ਕੇ ਅਸੀਂ ਵੋਟਾਂ ਬਟੋਰ ਗਏ। ਮੇਰੇ ਵਰਗੇ ਇੱਕਾ ਦੁੱਕਾ ਫਸ ਵੀ ਜਾਂਦੇ ਆ ਜਾਲ 'ਚ, ਪਰ ਜਿੱਦਾਂ ਵੋਟਾਂ ਪੈ ਜਾਂਦੀਆਂ ਰਿਜ਼ਲਟ ਆ ਜਾਂਦਾ ਉਦੋਂ ਤੂੰ ਕੌਣ ਤੇ ਮੈਂ ਕੌਣ। ਪਰ ਜੇ ਮੈਂ ਗੱਲ ਕਰਾਂ, ਤੁਸੀਂ ਕਿਹਾ ਵੀ ਕਿਸੇ ਨੇ ਉਸ ਸਮੇਂ, ਪਰ 89 ਵੇਲੇ ਪੰਜਾਬ ਦੇ ਵਿੱਚ ਬਹੁਤ MP ਜਿੱਤਦੇ ਨੇ, ਉਦੋਂ ਖਾੜਕੂਆਂ ਦਾ ਪੂਰਾ ਪ੍ਰਭਾਵ ਸੀ। ਬਿਲਕੁਲ, ਖਾੜਕੂਆਂ ਦੇ ਪ੍ਰਭਾਵ ਦੇ ਕਰਕੇ ਕੁਝ MP ਜਿੱਤਦੇ ਨੇ। ਜਿਹੜੇ ਜਿੱਤਦੇ ਨੇ ਤੇ ਉਹ ਜਿੱਤਣ ਤੋਂ ਬਾਅਦ ਤੁਹਾਡੇ ਹੱਕਾਂ ਦੀ, ਤੁਹਾਡੇ ਪਰਿਵਾਰਾਂ ਦੀ, ਕਿੰਨੇ ਮਾਰੇ ਗਏ, ਕਦੀ ਉਹਨਾਂ ਨੇ ਗੱਲ ਕੀਤੀ ਹੈ? ਨਹੀਂ, ਗੱਲ ਕੀ ਕਰਨੀ ਸੀ, ਅੰਦਰ ਹੀ ਨਹੀਂ ਗਏ ਜੀ। ਇੱਥੇ ਮੈਨੂੰ ਬੜਾ ਗਿਲਾ ਹੈ ਸਿਮਰਨਜੀਤ ਸਿੰਘ ਮਾਨ ਨਾਲ। ਇੱਕ IPS ਅਫਸਰ ਹੋਣ ਦੇ ਬਾਵਜੂਦ ਉਹਨਾਂ ਨੇ ਅੰਦਰ ਜਾਣ ਦੀ ਜੁਰਤ ਨਹੀਂ ਕੀਤੀ, ਕਿਉਂਕਿ ਜੇ 11 MP ਸਾਡੇ ਅੰਦਰ ਜਾ ਕੇ ਸਾਡੀ ਆਵਾਜ਼ ਉਠਾਉਂਦੇ ਤਾਂ ਫਿਰ ਸਾਡਾ ਜਿਹੜਾ ਕੌਮ ਦਾ ਘਾਣ ਹੋਇਆ ਇਹ ਨਾ ਹੁੰਦਾ। ਔਰ ਉਦੋਂ 99 'ਚ ਅੰਦਰ ਗਏ ਹੁੰਦੇ ਤੇ 92 'ਚ ਇਲੈਕਸ਼ਨ ਲੜੀ ਹੁੰਦੀ। ਅੱਛਾ, ਉਦੋਂ ਬਿੱਟੂ ਨੇ ਕਹਿ ਕੇ, ਦਲਜੀਤ ਸਿੰਘ ਬਿੱਟੂ ਨੇ ਬਾਈਕਾਟ ਕਰਾਤਾ। ਬਾਈਕਾਟ ਕਰਾਉਣ ਦਾ ਦਲਜੀਤ ਸਿੰਘ ਬਿੱਟੂ ਕੱਲਾ ਥੋੜਾ ਸੀ ਬਾਈਕਾਟ ਕਰਾਉਣ ਦੇ ਵਿੱਚ, ਬਿੱਟੂ ਹੀ ਸੀ ਜ਼ਿਆਦਾ, ਜਿਹੜਾ ਪਾਲਿਸੀ ਮੇਕਰ ਸੀ ਨਾ ਸਾਰਿਆਂ ਦਾ। ਜਿਵੇਂ ਬਹੁਤ ਸਿੰਘ ਵਾਲਾ ਸੀ, ਉਹ ਵੀ ਅਨਪੜ੍ਹ ਸੀ। ਮਤਲਬ ਬਾਕੀ ਬੰਦੇ ਇੰਨੇ ਪੜ੍ਹੇ ਲਿਖੇ ਨਹੀਂ ਸੀ ਜਿੰਨਾ ਇਹ ਪੜ੍ਹਿਆ ਲਿਖਿਆ ਸੀ। ਇਹਨੂੰ ਪਾਲਿਸੀ ਮੇਕਰ ਬੰਨੀ ਬੈਠੇ ਸੀ, ਇਹਨੂੰ ਤੇ ਡਾਕਟਰ ਸੋਹਣ ਸਿੰਘ ਨੂੰ। ਤੇ ਡਾਕਟਰ ਸੋਹਣ ਸਿੰਘ ਤਾਂ 86 'ਚ ਏਜੰਡਾ ਹੀ ਇਹ ਲੈ ਕੇ ਆਇਆ ਸੀ ਵੀ ਆਪਾਂ ਖਾੜਕੂਵਾਦ ਨੂੰ ਖਤਮ ਕਿਵੇਂ ਕਰਨਾ। ਉਹਨੇ ਦਲਜੀਤ ਨੂੰ ਵੀ ਨਾਲ ਲਾ ਲਿਆ। ਇੱਕ ਉਹਨਾਂ ਦਾ ਫਿਰ ਵੱਡਾ ਕੈਟ ਜਨਰਲ ਸਕੱਤਰ ਫੈਡਰੇਸ਼ਨ ਦਾ ਸੀਗਾ ਸੁਖਵਿੰਦਰ ਸਿੰਘ ਸੁੱਖੀ ਔਰ ਅੰਮ੍ਰਿਤਪਾਲ ਸਿੰਘ ਖਾਲਸਾ। ਉਹ ਤੋਂ ਬੜੇ ਵੱਡੇ ਕੰਮ ਕਰਾਏ, ਜਿਹਦੇ ਕਾਰਨ ਮੈਨੂੰ ਤਸ਼ੱਦਦ ਝੱਲਣਾ ਪਿਆ। ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਵੀ ਜਦੋਂ ਬਿਮਲ ਕੌਰ ਖਾਲਸਾ ਦੇ ਫਲੈਟ 'ਚ। ਨਹੀਂ, ਇੱਕ ਜਾਣਕਾਰੀ ਦਿਓ, ਤੁਸੀਂ ਜਿਵੇਂ ਕਹਿੰਦੇ ਹੋ ਕਿ ਉਸ ਸਮੇਂ ਦੇ ਜੇ ਖਾੜਕੂਆਂ ਨੇ ਸਾਡੀ ਸਾਰ ਲਈ ਹੁੰਦੀ ਤਾਂ ਉਸ ਸਮੇਂ ਦੇ ਜਿਹੜੇ ਸਾਡੇ ਜਿੱਤੇ ਸੀ ਇਹਨਾਂ ਨੇ ਸਾਡੀ ਸਾਰ ਲਈ ਹੁੰਦੀ ਤੇ ਸਾਡੇ ਆਹ ਹਾਲਤ ਨਾ ਹੁੰਦੇ। ਇਸ ਤਰੀਕੇ ਨਾਲ ਇਹ ਤੁਹਾਡੀ ਵਰਡਿੰਗ ਹੈ। ਤੇ ਉਹਨਾਂ ਨੇ ਤੁਹਾਡੀ ਸਾਰ ਕਿਉਂ ਨਹੀਂ ਲਈ? ਕਿਉਂਕਿ ਤੁਸੀਂ ਹੀ ਲੋਕਾਂ ਨੂੰ ਇਹ ਗੱਲ ਕੀਤੀ ਸੀ ਵੀ ਆਹ ਬੰਦੇ ਜਿਹੜੇ ਨੇ ਇਹ ਅਸੀਂ ਖੜੇ ਕਰਦੇ, ਇਹ ਜਿੱਤਣੇ ਚਾਹੀਦੇ ਨੇ। ਨਹੀਂ, ਫਿਰ ਸਾਡੇ ਕਹਿਣ ਤੇ ਲੋਕਾਂ ਨੇ ਤਾਂ ਜਿਤਾਤੇ ਜੀ। ਹਾਂ, ਕਿਉਂ ਖਾੜਕੂਆਂ ਦਾ ਬੜਾ ਵੱਡਾ ਪ੍ਰਭਾਵ ਸੀ ਉਦੋਂ, ਬੜਾ ਪ੍ਰਭਾਵ ਹੋਣ ਕਰਕੇ ਜਿਤਾਤੇ। ਪਰ ਜਿਹੜੀ ਖਾੜਕੂਆਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ, ਸਿੱਖ ਕੌਮ ਨੂੰ ਉਹਨਾਂ ਤੋਂ ਉਮੀਦਾਂ ਸੀਗੀਆਂ, ਉਹ ਉਹਨਾਂ ਤੇ ਖਰੇ ਨਹੀਂ ਉਤਰੇ। ਉਹ ਆਪਦਾ ਏਜੰਸੀਆਂ ਨਾਲ ਰਲੇ ਲਾ ਲਓ ਜਾਂ ਕੁਛ ਲਾ ਲਓ, ਅੰਦਰ ਜਾ ਕੇ ਆਵਾਜ਼ ਹੀ ਨਹੀਂ ਉਠਾਈ ਪਾਰਲੀਮੈਂਟ 'ਚ 99 'ਚ। ਜੇ 99 'ਚ ਅੰਦਰ ਗਏ ਹੁੰਦੇ ਤੇ 92 'ਚ ਵਿਧਾਨ ਸਭਾ ਇਲੈਕਸ਼ਨ ਲੜ ਕੇ। ਪਰ ਕੁਛ ਅੰਦਰ ਗਏ ਵੀ ਸੀ, ਜਿਹੜੇ ਗਏ ਉਹਨਾਂ ਨੇ ਵੀ ਨਹੀਂ ਗੱਲ ਉਠਾਈ ਜੀ। ਕੋਈ ਗੱਲ ਕਦੇ ਅੱਜ ਤੱਕ ਨਹੀਂ ਸੁਣਿਆ ਵੀ ਕਿਸੇ ਨੇ ਲੋਕ ਸਭਾ 'ਚ ਇਸ ਤਰ੍ਹਾਂ ਦਾ ਸਿੱਖ ਕੌਮ ਦਾ ਜਾਂ ਵੱਖਰੇ ਰਾਜ ਦਾ ਕੋਈ ਕਿਸੇ ਨੇ ਗੱਲ ਕੀਤੀ ਹੋਵੇ। ਉੱਥੇ ਰਿਕਾਰਡ ਪਿਆ ਹੋਊ ਲੋਕ ਸਭਾ 'ਚ ਸਾਰਾ, ਕਿਸੇ ਨੇ, ਮੈਂ ਨਹੀਂ
ਮੇਰੇ ਮੰਨਣ 'ਚ ਨਹੀਂ ਆਉਂਦੀ ਵੀ ਕਿਸੇ ਨੇ ਵੀ ਉੱਥੇ ਜਾ ਕੇ ਪੂਰੇ ਵਧੀਆ ਤਰੀਕੇ ਨਾਲ ਗੱਲ ਕੀਤੀ। ਹਾਂ, ਸ਼ੋਸ਼ਾ ਛੱਡਤਾ ਹੋਊ ਇੱਕ ਅੱਧਾ ਕਰੀ ਆਪਦੇ ਨੰਬਰ ਬਣਾਉਣ, ਜਿਵੇਂ ਅੱਜ ਹੁਣ ਦੇ ਹਾਲਾਤ 'ਚ ਚੱਲ ਰਿਹਾ ਹੈ ਵੀ ਇੱਕ ਛੋਟਾ ਜਿਹਾ ਸ਼ੋਸ਼ਾ ਛੱਡ ਦਿੰਦੇ, ਉਹਨਾਂ ਨੂੰ ਬੋਲਣ ਨੂੰ ਖੁੱਲੇ ਛੱਡਿਆ ਵਾ, ਨਾਲ ਸਰਕਾਰਾਂ ਹੈ, ਅੱਛਾ ਕੁਛ ਬੋਲੀ ਜਾਣ, ਉਹਨਾਂ ਨੂੰ ਕਿਸੇ ਨੇ ਕੁਛ ਨਹੀਂ ਕਹਿਣਾ। ਮੇਰੇ ਵਰਗੇ ਫਿਰ ਉਹਨਾਂ ਦੇ ਜਾਲ 'ਚ ਫਸ ਜਾਂਦੇ ਆ। ਹਾਂ, ਇਹ ਨਹੀਂ ਸਮਝਦੇ, ਪਤਾ ਨਹੀਂ ਲੱਗਦਾ। ਤੁਹਾਨੂੰ ਲੱਗਦਾ ਵੀ ਕੁਝ ਐਸੇ ਗੱਦਾਰ ਅੱਜ ਵੀ ਜਿਉਂਦੇ ਨੇ? ਬਿਲਕੁਲ ਜੀ, ਬਿਲਕੁਲ। ਅੱਜ ਵੀ ਖਾਲਿਸਤਾਨ ਜਿੰਦਾਬਾਦ ਕਹਿ ਕੇ, ਆਪਣੇ ਆਪ ਨੂੰ ਖਾਲਿਸਤਾਨੀ ਕਹਿ ਕੇ ਅੱਜ ਵੀ ਪੈਸੇ ਬਟੋਰ ਰਹੇ ਆ। ਅੱਜ ਵੀ ਗੌਰਮੈਂਟ ਨਾਲ ਰਲ ਕੇ ਸਿੱਖ ਕੌਮ ਦਾ ਵਜੂਦ ਖਤਮ ਕਰਨ ਤੱਕ ਹੋਏ ਪਏ ਆ। ਵੀ ਜਿਹੜੀ ਅਗਲੀ ਜਵਾਨੀ ਜਿਉਂਦੇ ਨੇ ਜੀ, ਜਿਉਂਦੇ ਨੇ। ਜਿਹੜੀ ਜਵਾਨੀ, ਤੁਸੀਂ ਵਿਦ ਨੇਮ ਇਹ ਚੀਜ਼ਾਂ ਦੱਸ ਸਕਦੇ ਹੋ? ਬਿਲਕੁਲ ਜੀ, ਵਿਦ ਨੇਮ ਦੱਸੂਗਾ। ਮੇਰੇ ਪਿੰਡ ਆਓ ਇੱਕ ਦਿਨ, ਹਾਂ, ਤੁਹਾਨੂੰ ਹੀ ਦੱਸੂਗਾ। ਮਖੂ ਸਾਹਿਬ, ਤੁਹਾਨੂੰ ਹੀ ਦੱਸੂਗਾ ਮੈਂ, ਜਿੱਦੇ ਮੇਰੇ ਪਿੰਡ ਆਉਂਗੇ ਬਾਈ ਨੇਮ ਵੀ ਦੱਸ ਸਕਦਾ। ਮੈਨੂੰ ਕੋਈ ਗਰੇਜ ਨਹੀਂ ਕਿਸੇ ਗੱਲ ਦਾ, ਔਰ ਹੋਰ ਕਿਸੇ ਨੂੰ ਮੇਰਾ ਦੱਸਣ ਦਾ ਮਨ ਨਹੀਂ। ਮੈਨੂੰ ਤੁਹਾਡਾ ਜਿਹੜਾ ਸਿਸਟਮ ਵਧੀਆ ਲੱਗਦਾ, ਜਿਹੜੀ ਇੰਟਰਵਿਊ ਕਰਨ ਦਾ, ਇਸ ਕਰਕੇ ਮੈਨੂੰ ਤਾਂ ਹੋਰ ਚੈਨਲ ਅਪਰੋਚ ਕਰਦੇ ਸੀ, ਉਹਨਾਂ ਨੂੰ ਮੈਂ ਜਵਾਬ ਦੇ ਕੇ ਤੁਹਾਡੇ ਕੋਲ ਆਇਆ ਜੀ। ਤੇ ਮੈਂ, ਮੇਰੇ ਪਿੰਡ ਆਓ ਇੱਕ ਦਿਨ, ਮੈਂ ਸਾਰਾ ਖੋਲ ਕੇ ਤੁਹਾਨੂੰ ਵਿਦ ਨੇਮ ਦੱਸ ਦਿਆਂ ਵੀ ਜਿਹੜੇ ਬੋਲਦੇ ਪਏ ਆ ਇਹਨਾਂ ਨੂੰ ਸਰਕਾਰੀ ਪਰਮਿਸ਼ਨ ਹੈ। ਬਿਲਕੁਲ ਜੀ, ਬਿਲਕੁਲ। ਉਸ ਵੇਲੇ ਵੀ ਹੁੰਦਾ ਸੀ, ਹਾਂ, ਜਦੋਂ ਕਾਨਫਰੰਸਾਂ ਹੁੰਦੀਆਂ, ਢਾਡੀ, ਕਬੀਸ਼ਰ, ਉਹ ਖੁੱਲੇ ਛੱਡੇ ਵੇ ਸੀ ਵਿੱਚ ਬੋਲਣ ਨੂੰ, ਵੀ ਤੁਹਾਡੇ ਕੋਲੇ ਮੁੰਡੇ ਆਉਣਗੇ, ਉਹ ਸਾਨੂੰ ਫੜਾ ਦਿਓ। ਉਹ ਇੱਕ ਰਣਜੀਤ ਸਿੰਘ ਨੇ ਧੜਕ, ਫਰੀਦਕੋਟ ਸਾਈਡ ਦਾ ਸੀ, ਸਦਕ ਸਾਈਡ ਦਾ, ਉਹ ਬਹੁਤ ਜ਼ਿਆਦਾ ਮਤਲਬ ਇਸ ਤਰ੍ਹਾਂ ਗਾਉਂਦਾ ਸੀ ਤੇ ਉਧਰੋਂ ਮੁਖਬਰੀ ਕਰਦੇ। ਫਿਰ ਉਹ ਸਿੰਘਾਂ ਨੂੰ ਸੋਧਾ ਲਾਉਣਾ ਪਿਆ ਉਹਦਾ ਢਾਡੀ ਦਾ। ਅੱਛਾ, ਢਾਡੀ ਵੀ ਮਾਰਿਆ? ਹਾਂ, ਢਾਡੀ ਮਾਰਨਾ ਪਿਆ ਜੀ। ਢਾਡੀ ਜਾ ਕੇ ਜਦੋਂ ਦੂਜੇ ਪਾਸੇ ਦੁਸ਼ਮਣ ਵੱਲ ਖੜ ਗਿਆ, ਫਿਰ ਢਾਡੀ ਮਾਰਨਾ ਪਿਆ। ਫਿਰ ਉਹ ਸਾਡਾ ਢਾਡੀ ਕਾਹਦਾ ਰਿਹਾ? ਸਾਡਾ ਕਾਹਦਾ ਰਹਿ ਗਿਆ? ਬੋਲਦਾ, ਪੈਸੇ ਕਮਾਉਂਦਾ, ਸਾਰਾ ਕੁਝ ਕਰਦਾ ਸਾਡੀਆਂ ਸਟੇਜਾਂ ਤੋਂ, ਤੇ ਦੂਜੇ ਪਾਸੇ ਸਾਨੂੰ ਮਰਵਾਉਣ ਨੂੰ ਤੁਲਿਆ ਵਾ ਉਹਨੂੰ। ਨਹੀਂ, ਹੁਣ ਇੱਕ ਗੱਲ ਦੱਸੋ, ਢਾਡੀ ਮਾਰਤਾ ਹਾਂਜੀ ਕਿਉਂਕਿ ਉਹ ਤੁਹਾਡੀ ਕਰਦਾ ਸੀ ਮੁਖਬਰੀ ਕਰਦਾ, ਠੀਕ ਹੈ, ਉਹ ਸਿੰਘਾਂ ਨੇ ਸੌਦਾ ਲਾਤਾ, ਤੁਸੀਂ ਉਹਦਾ ਨਾਮ ਵਿਦ ਨੇਮ ਦੱਸਿਆ। ਪਰ ਜਿਹੜੇ ਤੁਹਾਡੇ ਆਗੂ ਤੁਹਾਡੀਆਂ ਉਦੋਂ ਵੀ ਮੁਖਬਰੀਆਂ ਕਰਦੇ ਸੀ ਤੇ ਅੱਜ ਵੀ ਤੁਸੀਂ ਦੱਸਿਆ ਜਿਉਂਦੇ ਆ, ਬਿਲਕੁਲ ਸਰਕਾਰੀ ਸ਼ਹਿ ਦੇ ਉੱਪਰ ਬੋਲਦੇ ਆ, ਹਾਂਜੀ, ਤੇ ਫਿਰ ਇਹਨਾਂ ਵੱਲ ਕਦੀ ਮੂੰਹ ਕਿਉਂ ਨਹੀਂ ਸੀ ਕੀਤਾ? ਇਹ ਉਦੋਂ ਅਸਲ ਵਿੱਚ ਇਸ ਗੱਲ 'ਚ ਲੁਕੇ ਰਹੇ ਵੀ ਅਸੀਂ ਵੀ ਸੰਘਰਸ਼ ਦਾ ਇੱਕ ਹਿੱਸਾ। ਥੋੜੀ ਨਿੱਕੇ ਮੋਟੇ ਕੇਸ ਪਾ ਕੇ ਪੁਲਿਸ ਨੇ ਜੇਲ੍ਹਾਂ 'ਚ ਵੀ ਭੇਜਤੇ, ਉਹਨਾਂ ਨੂੰ ਖਾਲਿਸਤਾਨੀ ਬਣਾਇਆ। ਜਿਹੜੇ ਅੱਜ ਮਤਲਬ ਖੁੱਲ੍ਹੇਆਮ ਖਾਲਿਸਤਾਨ ਬਾਰੇ ਜੋ ਮਰਜ਼ੀ ਲਿਖਣ, ਜੋ ਮਰਜ਼ੀ ਬੋਲਣ, ਉਹਨਾਂ ਨੂੰ ਸਰਕਾਰ ਨਹੀਂ ਕੁਛ ਆਂਦੀ। ਆਪਣੇ ਅੱਗੇ ਬਾਹਲੀ ਵੱਡੀ ਇੱਕ ਮਿਸਾਲ ਹੁਣ ਸਾਹਮਣੇ ਆ ਗਈ ਵੀ ਉਹ ਮੁੰਡਿਆਂ ਕੋਲੋਂ ਕਿਤਾਬਾਂ ਫੜੀਆਂ ਗਈਆਂ ਸੀ ਤੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਤੀ। ਤੇ ਜਿਹੜੇ ਫੇਸਬੁੱਕ ਤੇ ਹੋਰ ਸੋਸ਼ਲ ਮੀਡੀਆ ਤੇ ਸ਼ਰੇਆਮ ਬੋਲੀ ਜਾਂਦੇ, ਉਹਨਾਂ ਨੂੰ ਕੋਈ ਕੁਛ ਨਹੀਂ ਕਹਿੰਦਾ। ਇੱਥੋਂ ਮੇਰੀ ਕੌਮ ਨੂੰ ਸਮਝ ਲੈਣਾ ਚਾਹੀਦਾ ਵੀ ਜਿਹੜੇ ਇਹ ਇਸ ਤਰ੍ਹਾਂ ਬੋਲਣ ਵਾਲੇ ਬੰਦੇ ਆ ਨਾ, ਉਹ ਸਾਡੇ ਨਹੀਂ, ਉਹ ਸਾਡੇ ਸਾਹਮਣੇ ਜਿਹੜੀ ਦੁਸ਼ਮਣ ਜਮਾਤ ਖੜੀ ਹੈ ਉਹਦੇ ਬੰਦੇ ਆ। ਇਹ ਜਿਹੜੇ ਕਮੈਂਟ ਕਰਦੇ ਆ ਉਹਨਾਂ ਦੀਆਂ ਫੇਸਬੁੱਕ ਆਈਡੀਆਂ ਤੇ ਜਾਂ ਹੋਰ, ਉਹ ਨਾ ਕੀਤੇ ਜਾਣ ਤਾਂ ਬਿਹਤਰ ਹੈ, ਜ਼ਿਆਦਾ ਬੈਟਰ ਹੈ। ਤੇ ਤੁਹਾਨੂੰ ਲੱਗਦਾ ਵੀ ਹੁਣ ਵੀ ਕੁਝ ਨੌਜਵਾਨਾਂ ਨੂੰ ਫਸਾ ਸਕਦੇ ਆ? ਕਰ ਸਕਦੇ ਜੀ, ਕੁਝ ਵੀ ਕਰ ਸਕਦੇ ਆ। ਹੋਇਆ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਲੰਘਿਆ, ਖੁੱਲਿਆ, ਉਦੋਂ 11 ਬੰਦਿਆਂ ਦੀ ਬਲੀ ਦਿੱਤੀ ਗਈ। ਉੱਥੇ ਕੋਈ ਗੱਲ ਤਾਂ ਹੈ ਹੀ ਨਹੀਂ ਸੀ। 11 ਬੰਦਿਆਂ ਨੂੰ ਅਸਾਲਟਾਂ ਪਾ ਕੇ ਅੰਦਰ ਤੋਰਤਾ। ਜਦੋਂ ਵਿਦੇਸ਼ੀ ਅਸਲੇ ਦਾ ਪਰਚਾ ਹੋ ਗਿਆ, 1 ਸਾਲ ਦਾ ਜ਼ਮਾਨਤ ਨਹੀਂ ਹੁੰਦੀ। ਪਰ ਸਾਰਾ ਉਹ ਜਿਹੜਾ ਦੌਰ ਸੀ ਤੁਸੀਂ ਦੇਖਿਆ, ਉਹ ਦੌਰ ਹੰਡਾਇਆ, ਉਸ ਦੌਰ ਦੇ ਤੁਸੀਂ ਦੱਸਿਆ ਵੀ ਪ੍ਰਾਪਤੀ ਅਸੀਂ ਨਹੀਂ ਕਰ ਸਕੇ, ਹੈ ਨਾ। ਕੁਝ ਤੁਹਾਡੇ ਨਾਲ ਪੁਲਿਸ ਭੇਸ ਦੇ ਵਿੱਚ ਵੀ ਬੰਦੇ ਜਿਹੜੇ ਨੇ ਆ ਗਏ, ਕੁਝ ਤੁਹਾਡੇ ਵਿੱਚ ਖਾੜਕੂ ਬਣ ਕੇ ਵੀ ਤੁਹਾਡੇ ਵਿੱਚ ਆ ਗਏ, ਕੁਝ ਪਤਾ ਲੱਗਣ ਦੇ ਉੱਪਰ ਸੌਦੇ ਵੀ ਲਾ ਦਿੱਤੇ, ਜਿਵੇਂ ਤੁਸੀਂ ਢਾਡੀ ਦਾ ਜ਼ਿਕਰ ਕੀਤਾ, ਹੋਰ ਕੈਟ ਦਾ ਕੀਤਾ। ਜੇ ਮੈਂ ਗੱਲ ਪੁੱਛਾਂ ਤੇ ਪਿਛਲੇ ਦਿਨਾਂ ਵਿੱਚ ਪਿੰਕੀ ਕੈਟ ਦੀ ਗੱਲ ਚੱਲਦੀ ਸੀ, ਇਹਦਾ ਕੀ ਰੋਲ ਹੁੰਦਾ ਸੀ? ਇਹਦੇ ਬਾਰੇ ਕੋਈ ਹੈ ਜਾਣਕਾਰੀ? ਹਾਂ, ਪਿੰਕੀ ਕੈਟ ਨੇ ਲੁਧਿਆਣਾ ਯੂਨੀਵਰਸਿਟੀ 'ਚ ਬੜਾ ਗੰਦ ਪਾਇਆ ਜੀ। ਜਿੱਥੋਂ ਇਹਨੂੰ ਇੰਨੀ ਪਰਮਿਸ਼ਨ ਸੀ, ਜਿੱਥੋਂ ਮਰਜੀ ਜਿਹੜਾ ਬੰਦਾ ਚੱਕ ਲਿਆ, ਤੈਨੂੰ ਪੁੱਛਣ ਵਾਲਾ ਕੋਈ ਨਹੀਂ। SSP ਵਰਗੀਆਂ ਪਾਵਰਾਂ ਇਹਦੇ ਕੋਲ ਸੀ। ਹਾਂ, ਬਿਲਕੁਲ, ਇਹਨੂੰ ਕੋਈ ਪੁੱਛਣ ਵਾਲਾ ਨਹੀਂ ਸੀ। ਜਿਹੜੀ ਪੁਲਿਸ ਆ, ਉਹ ਜਿਹੜਾ ਕੈਟ ਤਿਆਰ ਕਰਦੀ ਸੀ, ਉਹ ਤੁਹਾਡੇ ਵਿੱਚੋਂ ਹੀ ਕਰਦੀ ਸੀ ਜਾਂ ਤੁਹਾਡੇ ਪਿੰਡਾਂ ਵਿੱਚੋਂ ਕਰਦੀ ਸੀ? ਫਿਰ ਤੁਹਾਨੂੰ ਦੀ ਪਛਾਣ ਕਿਵੇਂ ਹੁੰਦੀ ਸੀ? ਕੈਟ ਦੀ ਪਛਾਣ ਹੁੰਦੀ ਨਹੀਂ ਸੀ ਜੀ ਅਸਲ 'ਚ। ਅਸੀਂ ਸੁੱਖੀ ਵਾਲੀ 'ਚ ਮਾਰ ਖਾਈ ਬੈਠੇ ਆ। ਮੈਂ ਸਾਹਮਣੇ ਬੈਠਾ ਤੁਹਾਡੇ ਵੀ ਜਿਹੜਾ ਸੁੱਖੀ ਕੈਟ ਹੈ,
ਉਹਦੇ ਬਾਰੇ ਅਸੀਂ ਤਾਂ 6 ਬੰਦੇ ਚੱਕੀ ਬੈਠੇ ਸੀ ਵੀ ਉਹਨੂੰ ਛੱਡੋ, ਜਿਹੜੇ ਸਰਕਾਰ ਨਾਲ ਸੰਬੰਧਿਤ ਬੰਦੇ ਸੀ, ਉਹਨਾਂ ਦੇ ਰਿਸ਼ਤੇਦਾਰ, ਉਹਨਾਂ ਦਾ ਕੋਈ ਹੋਰ ਭੈਣ ਭਾਈ, ਉਹ ਚੱਕੀ ਬੈਠੇ ਸੀ ਵੀ ਇਹਨੂੰ ਛੱਡੋ। ਫਿਰ ਲੁਧਿਆਣਾ ਪੁਲਿਸ ਨੇ ਇਹ ਕਹਿਤਾ ਵੀ ਉਹਦੇ ਗੁੱਟ ਵੱਢ ਦਿੱਤੇ ਗਏ ਆ। ਹਾਂ, ਇਸ ਕਰਕੇ ਅਸੀਂ ਇਹਨੂੰ ਛੱਡ ਨਹੀਂ ਸਕਦੇ। ਤੇ ਉਹ ਜਨਰਲ ਸਕੱਤਰ ਸੀ ਫੈਡਰੇਸ਼ਨ ਦਾ, ਉਹ ਫਿਰ ਪਿੱਛੋਂ ਟ੍ਰਿਬਿਊਨ ਨੇ ਛਾਪਿਆ ਵੀ ਉਹ ਤਾਂ ਜਲੰਧਰ ਸਰਜੀਤ ਸਿੰਘ ਕਾਹਲੋਂ ਦੇ ਨਾਂ ਤੇ ਬੈਠਾ ਕੰਮ ਕਰੀ ਜਾਂਦਾ। ਇੱਕ ਮੈਂ ਦਲਜੀਤ ਬਿੱਟੂ ਬਾਰੇ ਵੀ ਥੋੜ੍ਹਾ ਜਿਹਾ ਦੱਸ ਦੇਣਾ ਚਾਹੁੰਦਾ। ਉਹਨੇ 90 ਜਾਂ 91 ਦੇ ਸ਼ੁਰੂ 'ਚ ਸਾਰੀ ਕਮਾਂਡ ਜਗਰੂਪ ਸਿੰਘ ਜਗਜੀਤਪੁਰਾ, ਜਗਰੂਪ ਜੂਪਾ ਵੀ ਕਹਿ ਦਿੰਦੇ ਆ, ਉਹਨੂੰ ਸੰਭਾ ਕੇ ਕਹਿੰਦਾ ਮੈਂ ਚੱਲਿਆ ਅਫਗਾਨਿਸਤਾਨ, ਮੈਂ ਉੱਥੋਂ ਵੱਡੇ ਹਥਿਆਰਾਂ ਦਾ ਪ੍ਰਬੰਧ ਕਰਾਂਗਾ। ਅਫਗਾਨਿਸਤਾਨ 'ਚ ਇੱਕ ਟਾਈਮ ਇਹ ਜਿਹਾ ਆਇਆ ਸੀ ਵੀ ਜਿਹੜੇ ਖਾੜਕੂ ਲੜ ਰਹੇ ਸੀ ਉਹਨਾਂ ਦਾ ਰਾਜ ਆ ਗਿਆ ਸੀ। ਪਿਛਲਾ ਨਾਮ ਮੈਨੂੰ ਯਾਦ ਆ ਉਹਦਾ, ਪ੍ਰਧਾਨ ਮੰਤਰੀ ਜਿਹੜਾ ਬਣਾਇਆ ਹਿਕਮਤ ਯਾਰ, ਬਹੁਤ ਲੰਬਾ ਨਾਂ ਸੀ, ਵੀ ਮੈਂ ਹਿਕਮਤ ਯਾਰ ਕੋਲੇ ਜਾ ਕੇ ਵੱਡੇ ਹਥਿਆਰਾਂ ਦਾ ਪ੍ਰਬੰਧ ਕਰਾਂਗਾ। ਤੇ ਬਹਿ ਗਿਆ ਰੋਪੜ। ਕੀ ਸਾਡੀ ਇੰਟੈਲੀਜੈਂਸੀ, ਸਾਡਾ CID ਇੰਡੀਆ ਦਾ ਤੇ ਹੋਰ ਵਿਭਾਗ ਜਿਹੜੇ ਖੁਫੀਆ ਵਿੰਗ ਹੈ, ਉਹ ਇੰਨੇ ਹੋ ਗਏ ਵੀ ਉਹਨਾਂ ਨੂੰ ਸੰਘਰਸ਼ ਦਾ ਮੁਖੀ ਰੋਪੜ ਬੈਠਾ ਹੀ ਨਹੀਂ ਦਿਸਿਆ। ਸਾਡੇ ਨਾਲ ਇਹ ਕਰਾਰ ਕੀਤਾ ਇਹਨੇ ਵੀ ਮੈਂ ਵੱਡੇ ਹਥਿਆਰਾਂ ਦਾ ਇੰਤਜ਼ਾਮ ਕਰਦਾ, ਤੇ ਉਲਟਾ ਬਹਿ ਗਿਆ ਰੋਪੜ ਜ਼ਮੀਨਾਂ ਖਰੀਦ ਕੇ। ਔਰ ਹੋਰ ਕਿਸੇ ਖਾੜਕੂ ਨੇ ਜੇ ਕੋਈ ਜ਼ਮੀਨ ਖਰੀਦੀ ਹੈ ਜਾਂ ਆਪਦੀ ਵੀ ਸੀ, ਜਿਹੜੇ ਘਰ ਪਾਏ ਸੀ, ਉਸ ਸਭ ਢਾਹ ਢਹਾ ਤੇ ਰਿਸ਼ਤੇਦਾਰਾਂ ਤੇ ਕੁੱਟਾਂ ਪੈ ਗਈਆਂ। ਪਰ ਦਲਜੀਤ ਬਿੱਟੂ ਦਾ ਨਾ ਤਾਂ ਕੋਈ ਰਿਸ਼ਤੇਦਾਰ ਕਿਸੇ ਨੇ ਬੁਲਾਇਆ, ਤੇ ਨਾ ਉਹ ਜ਼ਮੀਨ ਜਿਹੜੀ ਪਤਾ ਵੀ ਖਾੜਕੂਬਾਦ ਦੇ ਪੈਸੇ ਨਾਲ ਬਣਾਈ ਗਈ ਹੈ, ਉਹ ਜ਼ਬਤ ਨਹੀਂ ਕੀਤੀ। ਪਰ ਸਾਡੇ ਨਾਲ ਬਾਬਾ ਬਖਸ਼ੀਸ਼ ਸਿੰਘ ਜੀ ਹੋਰੀ, ਉਹ ਵੀ ਖਾੜਕੂ ਲਹਿਰ ਦਾ ਹਿੱਸਾ ਰੱਖੇ ਸੀ, ਉਹਨਾਂ ਨੇ ਬਕਾਇਦਾ ਦਾਅਵਾ ਕੀਤਾ, ਕਹਿੰਦੇ ਮੈਂ ਦਾਅਵਾ ਕਰਦਾ ਵਾਂ ਕਿ ਜੇ ਦਲਜੀਤ ਸਿੰਘ ਬਿੱਟੂ ਨੇ 1 ਇੰਚ ਜਗ੍ਹਾ ਵੀ ਖਾੜਕੂ ਸੰਘਰਸ਼ ਦੇ ਦੌਰਾਨ ਖਰੀਦੀ ਹੋਵੇ, ਤੇ ਉਹ ਜਿਹੜੀ ਜਾਇਦਾਦ ਖਰੀਦੀ ਜੀ ਰੋਪੜ ਏਰੀਏ 'ਚ, ਪਿੰਡ ਮੈਂ ਨਾਂ ਭੁੱਲ ਗਿਆ, ਉੱਥੇ ਫਿਰ ਉਹ ਕਿਹੜੇ ਪੈਸੇ ਨਾਲ ਖਰੀਦੀ ਗਈ ਜੀ? ਜਿਹੜਾ ਲੁਧਿਆਣੇ ਡਾਕਾ ਮਾਰਿਆ ਸੀ 5 ਕਰੋੜ 70 ਲੱਖ ਦਾ, ਉਹ ਪੈਸੇ ਨਾਲ ਉਹ ਜਾਇਦਾਦ ਖਰੀਦੀ ਗਈ। ਹੋਰ ਫਰੋਤੀਆਂ ਕਿੰਨੀਆਂ ਲੈਂਦੇ ਸੀ, ਉਹਨਾਂ ਨਾਲ ਜਾਇਦਾਦ ਖਰੀਦੀ ਗਈ। ਹੋਰ ਕਿੱਥੋਂ ਲਿਆਂਦੀ ਬਿੱਟੂ ਨੇ ਇੰਨਾ ਪੈਸਾ, ਕਿੱਥੋਂ ਲਿਆਂਦਾ ਵੀ ਇੰਨੀ ਜਾਇਦਾਦ ਖਰੀਦ ਲਈ? ਔਰ ਜੇਲ੍ਹ 'ਚੋਂ ਆਉਣ ਸਾਰ ਫੇਰ ਖਰੀਦ ਲਈ, ਉੱਥੇ ਹੀ ਨਾਲ ਲੱਗਦੀ। ਇਹ ਵੀ ਦੇਖੋ, ਬਖਸ਼ੀਸ਼ ਸਿੰਘ ਹੋ ਸਕਦਾ ਉਹਨਾਂ ਦੇ ਪ੍ਰਸ਼ੰਸਕ ਹੋਣ, ਮੈਂ ਇਹ ਨਹੀਂ ਕਹਿੰਦਾ, ਪਰ ਅਸਲ ਸੱਚਾਈ ਦਾ ਉਹਨਾਂ ਨੂੰ ਨਹੀਂ ਪਤਾ ਵੀ ਦਲਜੀਤ ਬਿੱਟੂ ਕਿੱਥੇ ਖੜਾ ਹੈ। ਇਸ ਕਰਕੇ ਉਹ ਬਾਬਾ ਬਖਸ਼ੀਸ਼ ਸਿੰਘ ਜੀ ਕਹਿ ਗਏ ਹੋਣੇ ਆ, ਪਰ ਮੰਨਣ 'ਚ ਨਹੀਂ ਆਉਂਦੀ ਇਹ ਗੱਲ। ਸਾਡੇ ਨਾਲ ਤਾਂ ਸਿੱਧੀਆਂ ਵਾਪਰੀਆਂ ਜੀ, ਅਸੀਂ ਤਾਂ ਆਪਦੀ ਹੱਡ ਬੀਤੀ ਸੁਣਾਉਂਦੇ ਆ, ਜਿਹੜੀਆਂ ਸਾਡੇ ਨਾਲ ਗੱਲਾਂ ਹੋਈਆਂ ਉਹ ਦੱਸਦੇ ਆ। ਕੋਈ ਕੀ ਕਹਿੰਦਾ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਕਦੀ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਵਿੱਚੋਂ ਜਿਨ੍ਹਾਂ ਨੇ ਟੌਰਚਰ ਕੀਤਾ ਸੀ, ਕਦੀ ਰਿਟਾਇਰ ਹੋਣ ਤੋਂ ਬਾਅਦ ਕਦੀ ਤੁਹਾਡੇ ਆਮਣਾ ਸਾਹਮਣਾ ਹੋਇਆ ਹੋਵੇ, ਕਦੀ ਕੋਈ ਮਿਲਿਆ ਹੋਵੇ ਜਾਂ ਕਦੀ ਕਿਸੇ ਨਾਲ? ਹਾਂ, SHO ਮਿਲਿਆ ਸੀ ਮੈਨੂੰ, ਟਹਿਲ ਸਿੰਘ ਜੀ ਨੇ ਫੜਿਆ ਸੀ ਕਚਹਿਰੀ 'ਚ ਮੁੱਕ ਕੇ, ਹੱਥ ਮਿਲਾ ਕੇ ਪਾਰ ਹੋ ਗਏ ਉਹ। ਤੁਸੀਂ ਗੱਲ ਕੀਤੀ ਹੈ ਕੈਟ ਦੀ, ਕੈਟ ਕੌਣ ਹੁੰਦੇ ਸੀ ਤੇ ਇਹਨਾਂ ਨੂੰ ਕੌਣ ਬਣਾਉਂਦਾ ਸੀ, ਇਹਨਾਂ ਨੂੰ ਕੌਣ ਪੇ ਕਰਦਾ ਸੀ? ਇਹ IB ਪੇ ਕਰਦੀ ਹੈ ਜੀ। IB ਕੋਲੇ ਬਹੁਤ ਵੱਡਾ ਫੰਡ ਹੁੰਦਾ ਜੀ ਇੱਕ, ਜਿਹੜੀ ਉਹ ਜਿੱਥੇ ਮਰਜ਼ੀ ਵਰਤ ਸਕਦੀ ਹੈ ਜੀ। IB ਇਹਨਾਂ ਨੂੰ ਪੇ ਦਿੰਦੇ ਸੀ, IB ਵਾਲੇ ਹੀ ਇਹਨਾਂ ਨੂੰ ਵਿੱਚ ਸਾਡੇ ਘੁਸਪੈਠ ਕਰਕੇ ਬਣਾਉਂਦੇ ਸੀ। ਉਦੋਂ ਗਾਹਾਂ ਜਿੱਥੋਂ ਤੱਕ ਮੇਰੀ ਸੋਚ ਹੈ ਵੀ ਡਾਕਟਰ ਸੋਹਣ ਸਿੰਘ ਵੀ ਇਸ ਤਰ੍ਹਾਂ ਦੀ ਟ੍ਰੇਨਿੰਗ ਦਿੰਦਾ ਸੀ, ਕਿਉਂਕਿ ਮੈਨੂੰ ਉਹ ਸੁੱਖੀ ਬਹੁਤ ਕਹਿੰਦਾ ਹੁੰਦਾ ਸੀ ਕਿ ਮੈਂ ਤੈਨੂੰ ਬਾਪੂ ਨੂੰ ਮਿਲਾਉਣਾ, ਮੈਂ ਤੈਨੂੰ ਬਾਪੂ ਨੂੰ ਮਿਲਾਉਣਾ। ਤੇ ਇੱਕ ਬਾਪੂ ਸੋਹਣ ਸਿੰਘ ਕਿਹੜੇ? ਬਾਪੂ ਡਾਕਟਰ ਸੋਹਣ ਸਿੰਘ ਜਿਹਨੇ ਪੰਥਕ ਕਮੇਟੀ ਦੇ ਮੁਖੀ ਬਣਾਏ ਹੋਏ ਸੀ। ਤੇ ਅਸੀਂ ਆਪਦਾ ਸੰਘਰਸ਼ ਹੀ ਦੁਸ਼ਮਣਾਂ ਦੇ ਹੱਥ 'ਚ ਦੇ ਬੈਠੇ, ਕਾਮਯਾਬ ਅਸੀਂ ਕਿੱਥੋਂ ਹੋਣਾ ਸੀ? ਕੋਈ ਆਪਸ ਵਿੱਚ ਤਾਲਮੇਲ ਨਹੀਂ ਰਹਿਣ ਦਿੱਤਾ, ਆਪੋ ਆਪਣੀਆਂ ਗੱਲਾਂ ਚਲਾਉਣ ਲੱਗ ਗਏ। ਫਿਰ ਉੱਥੋਂ ਕੈਟ ਪੈਦਾ ਹੋ ਗਏ। ਕੈਟ ਪੈਦਾ ਹੋਣ ਨਾਲ ਸਭ ਕੁਝ ਢਹਿ ਢੇਰੀ ਹੋ ਗਿਆ। ਕੈਟ ਤੁਹਾਡੇ ਵਿੱਚੋਂ ਹੀ ਤਿਆਰ ਕੀਤਾ ਜਾਂਦਾ ਸੀ? ਸਾਡੇ ਵਿੱਚੋਂ ਤਿਆਰ ਕੀਤਾ, ਕੁਝ ਰਾਜਨੀਤਿਕ ਬੰਦਿਆਂ ਨੇ ਵੀ ਕੀਤਾ। ਜਦੋਂ 92 'ਚ ਸਰਕਾਰ ਬਣ ਗਈ, ਉਦੋਂ ਬਾਅਦ ਬਹੁਤ ਜ਼ਿਆਦਾ ਕੈਟਾਂ ਦੀ ਭਰਤੀ ਹੋਈ, ਜਿਹੜੇ ਖਾੜਕੂਆਂ 'ਚੋਂ ਹੀ ਲੈ ਗਏ। ਇੱਕ ਮੈਂ ਗੱਲ ਹੋਰ ਇੱਥੇ ਵਿਸ਼ੇ ਤੋਂ ਵੱਖ ਪਾਸੇ ਜਾ ਕੇ ਕਹਿਣੀ ਚਾਹੁੰਦਾ ਵੀ KPS ਗਿੱਲ ਨੂੰ ਤੇ ਬੇਅੰਤ ਸਿੰਘ ਨੂੰ ਆਪਾਂ ਬੁੱਚੜ ਕਹਿੰਦੇ ਆ। ਵਾਕਈ ਉਹਨਾਂ ਨੇ ਬੁੱਚੜਪੁਣਾ ਕੀਤਾ ਪੰਜਾਬ 'ਚ, ਇਹਦੇ 'ਚ ਕੋਈ ਸ਼ੱਕ ਨਹੀਂ, ਸਿੱਖ ਕੌਮ ਦਾ ਘਾਣ ਕੀਤਾ। ਪਰ ਬੇਅੰਤ ਸਿੰਘ ਤੇ KPS ਗਿੱਲ ਪੰਜਾਬ 'ਚ ਆਏ ਕਿਵੇਂ? ਉਹ ਸਾਡੇ
ਲੀਡਰ ਦਲਜੀਤ ਸਿੰਘ ਬਿੱਟੂ ਵੱਲੋਂ ਬਾਈਕਾਟ ਕਰਨ ਕਰਕੇ ਵੀ ਵੋਟਾਂ ਦਾ ਬਾਈਕਾਟ ਕਰੋ, ਪਰੋਸ ਕੇ ਜਿਹੜੀ ਇਹ ਸਰਕਾਰ ਉਹ ਕਾਂਗਰਸ ਨੂੰ ਦਿਓ, ਕਿਉਂਕਿ ਇਹਨਾਂ ਨੇ ਆਪਸ ਵਿੱਚ ਐਡਜਸਟਮੈਂਟ ਕਰ ਲਿਆ ਸੀ ਵੀ ਸਿੱਖ ਅਸੀਂ ਤਾਂ ਧਰਮ ਦੇ ਨਾਲ ਚੱਲਣ ਵਾਲੇ ਲੀਡਰ ਆ, ਸਾਰੇ ਅਕਾਲੀ ਦਲ ਨੇ ਸਭ ਨੇ, ਅਸੀਂ ਇਲੈਕਸ਼ਨ ਨਹੀਂ ਲੜਦੇ, ਤੁਸੀਂ ਕਿਹੜਾ ਇਲੈਕਸ਼ਨ ਲੜ ਕੇ ਤੇ ਨਿਬੇੜ ਦਿਓ ਕੰਮ। ਫਿਰ 1992 ਦਾ ਜਿਹੜਾ ਇਲੈਕਸ਼ਨ ਆ, ਜੇ ਖਾੜਕੂ ਸਿੰਘ ਲੜਦੇ ਲੱਗਦਾ ਸੀ ਵੀ ਵਾਂਗਡੋਰ ਹੱਥ ਆ ਜਾਂਦੀ। ਬਿਲਕੁਲ ਜੀ, ਦੇਖੋ ਸਿਮਰਜੀਤ ਮਾਨ ਮੁੱਖ ਮੰਤਰੀ ਹੁੰਦਾ ਉਦੋਂ, ਜੇ ਮਾਨ ਮੁੱਖ ਮੰਤਰੀ ਹੁੰਦਾ, ਹੁਣ ਆਪਾਂ ਕੀ ਸੋਚਦੇ ਹਾਂ ਵੀ ਕੋਈ ਮੁੰਡਾ ਮਾਰਿਆ ਜਾਂਦਾ ਉਦੋਂ ਬਾਅਦ, ਜਿਹੜੀਆਂ ਉਹ ਗੱਲਾਂ ਕਰਦੇ ਆ, ਜੇ ਉਹ ਵੀ ਆਪਦਾ ਮੁੱਖ ਮੰਤਰੀ ਪੁਣਾ ਦਿਖਾਉਣ ਲੱਗ ਜਾਂਦੇ ਫਿਰ ਤਾਂ ਪਤਾ ਨਹੀਂ ਕੀ ਹੁੰਦਾ। ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਇਹਨਾਂ ਨੇ ਕੀ ਸੋਚ ਕੇ ਤਾਂ ਵੀ ਕੌਮ ਦਾ ਕੀ ਫਾਇਦਾ ਹੋਣ ਵਾਲਾ ਹੈ, ਇਹ ਸੋਚ ਕੇ ਪਾਰਲੀਮੈਂਟ 'ਚ ਨਹੀਂ ਗਏ 99 'ਚ ਤੇ 92 'ਚ ਵੋਟਾਂ ਦਾ ਬਾਈਕਾਟ ਕਰਤਾ। ਬਾਈਕਾਟ ਵੀ ਪਤਾ ਨਹੀਂ ਕਿਹੜਾ ਫਾਇਦਾ ਸੋਚ ਕੇ ਵੀ ਕੌਮ ਦਾ ਬਹੁਤ ਵੱਡਾ ਫਾਇਦਾ ਹੋ ਜੂ ਅਸੀਂ ਬਾਈਕਾਟ ਕਰ ਦਈਏ। ਆ ਹੁਣ ਆਪਣੇ ਸਾਹਮਣੇ ਉਦਾਹਰਨ ਹੈ, ਅੰਨਾ ਹਜ਼ਾਰੇ ਅੰਦੋਲਨ ਤੇ ਭੁੱਖ ਹੜਤਾਲ ਤੇ ਬੈਠਾ ਰਹਿੰਦਾ, ਕੁਛ ਨਹੀਂ ਨਿਬੜਿਆ। ਉਹਦੇ ਵਿੱਚੋਂ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਕੱਢ ਕੇ ਸਰਕਾਰ ਬਣਾ ਕੇ ਦਿੱਲੀ 'ਚ ਕੀ ਕੁਛ ਕੀਤਾ ਉਹ ਆਪਣੇ ਸਾਹਮਣੇ ਹੈ ਜੀ। ਜੇ ਸਾਡੀ ਸਰਕਾਰ ਆਪਦੀ ਬਣਦੀ 92 'ਚ ਤੇ ਸਾਡੇ ਵੀ ਸਾਰਾ ਕੁਝ ਹੋ ਜਾਣਾ ਸੀ, ਸਾਰਿਆਂ ਨੂੰ ਮਾਫੀਆਂ ਵੀ ਮਿਲ ਜਾਂਦੀਆਂ, ਸ਼ਾਇਦ ਸਾਰਿਆਂ ਦੀਆਂ ਪੈਨਸ਼ਨਾਂ ਵੀ ਲੱਗ ਜਾਂਦੀਆਂ ਜਿਹੜੇ ਮੇਰੇ ਵਰਗੇ ਨਕਾਰਾ ਹੋਏ ਵੇ ਆ, ਜਾਂ ਹੋਰ ਕਿਸੇ ਤਰ੍ਹਾਂ ਦੀ ਕੋਈ ਨੌਕਰੀ ਜਾਂ ਕੋਈ ਕਿਸੇ ਤਰ੍ਹਾਂ ਬੰਦਿਆਂ ਨੂੰ ਐਡਜਸਟ ਕਰ ਸਕਦੇ। ਦੀ ਗੱਲ ਕੀਤੀ ਹੈ ਹਾਂਜੀ, ਤੇ ਬਹੁਤਾਤ ਮੈਨੂੰ ਪਤਾ ਲੱਗਿਆ ਵੀ ਜਿਹੜੇ ਕੈਟ ਸਰਕਾਰ ਤਿਆਰ ਕਰਦੀ ਸੀ, ਸਮਾਂ ਪਾ ਕੇ ਉਹਨਾਂ ਨੂੰ ਵਰਤ ਕੇ ਮਾਰ ਦਿੰਦੀ ਸੀ। ਬਿਲਕੁਲ। ਸੁਖੀ ਕਿੱਥੇ ਹੈ? ਸੁਖੀ ਮੈਂ ਸੁਣਿਆ ਜਿੱਥੋਂ ਤੱਕ ਅਮਰੀਕਾ ਜੀ ਕਿਸੇ ਹੋਰ ਨਾਂ ਤੇ ਰਹਿ ਰਿਹਾ ਹੈ। ਸੁਖੀ ਪਹਿਲਾਂ ਜਲੰਧਰ ਰਹਿੰਦਾ ਸੀ ਸਰਜੀਤ ਸਿੰਘ ਕਾਹਲੋਂ ਦੇ ਨਾਂ ਤੇ, ਇੱਥੋਂ ਜਦੋਂ ਅਖਬਾਰ ਨੇ ਖਬਰ ਛਾਪਤੀ ਉਹ ਦਿੱਲੀ ਰਹਿਣ ਲੱਗ ਗਿਆ। ਇੱਕ ਤੁਹਾਡੇ ਜੇ ਧਿਆਨ ਚ ਹੋਵੇ ਰਾਜਾ ਘਨੋਲਾ ਆਇਆ ਸੀ ਆਈਸ ਡਰੱਗ ਵਾਲਾ, ਇਹ ਇੱਥੇ ਸਾਂਝਾ ਕੰਮ ਕਰਦੇ ਸੀ ਜੀ। ਐਸਐਸਪੀ ਦੀ ਜ਼ਰੂਰਤ ਨਹੀਂ ਸੀ ਸੁਖੀ ਦਾ ਕੰਮ ਮੋੜਦੇ, ਕੋਈ ਗੱਲ ਮੋੜਦੇ। ਉਹ ਚੱਲਿਆ ਥੋੜਾ ਚਿਰ, ਮੁੜ ਕੇ ਉਹ ਇਹਨੂੰ ਜਦੋਂ ਅਖਬਾਰ ਨੇ ਛਾਪਤੀ ਤਾਂ ਦਿੱਲੀ ਸ਼ਿਫਟ ਕਰਤਾ ਸੁਖੀ ਨੂੰ। ਸੁਖੀ ਦੇ ਘਰੋਂ ਰਾਜਾ ਘਨੋਲਾ ਫੜਿਆ ਗਿਆ। ਉਦੋਂ ਇਹਨੂੰ ਵੀ 2-4 ਘੰਟੇ ਨਾਲ ਥਾਣੇ ਲਗਾਏ, ਪਰ ਕਹਿੰਦੇ 2-3 ਘੰਟਿਆਂ ਦੇ ਵਿੱਚ ਵਿੱਚ ਹੀ ਵਾਪਸ ਕਰਾਤਾ ਇਹਨੂੰ ਤਾਂ। ਤੇ ਰਾਜੇ ਘਨੋਲੇ ਦਾ ਫਿਰ ਪਤਾ ਨਹੀਂ ਕੀ ਹੋਇਆ ਉਸ ਤੋਂ ਬਾਅਦ। ਅੱਛਾ, ਹਾਂ, ਕੋਈ ਆਈਸ ਡਰੱਗ ਸੀ ਜਿਹੜੀ ਕਹਿੰਦੇ ਚਿੱਟੇ ਤੋਂ ਵੀ ਭੈੜੀ ਸੀ, ਜਿਹੜਾ ਅੱਜ ਚਿੱਟਾ ਨੌਜਵਾਨੀ ਨੂੰ ਖਾ ਰਿਹਾ ਉਹ ਤੋਂ ਵੀ ਭੈੜੀ ਸੀ। ਜਿਹੜਾ ਖਾੜਕੂ ਸਿੰਘ ਨਾਲ ਤਸ਼ੱਦਦ ਹੁੰਦਾ ਸੀ ਤੇ ਥਾਣੇ ਦੇ ਅੰਦਰ ਉਹ ਮਾਰਿਆ ਜਾਂਦਾ ਸੀ, ਮੁੱਕ ਜਾਂਦਾ ਸੀ, ਫਿਰ ਉਹਦਾ ਕੀ ਕਰਦੇ ਸੀ ਪੁਲਿਸ ਵਾਲੇ? ਉਹਦੇ ਵਾਸਤੇ ਨਹਿਰਾਂ ਦਰਿਆ ਬਥੇਰੇ ਆ ਜੀ। ਅੱਛਾ, ਹਾਂ, ਨਹਿਰਾਂ 'ਚ ਲਾਸ਼ ਪਰਿਵਾਰ ਨੂੰ ਨਹੀਂ ਸੀ ਮਿਲਦੀ? ਨਾ ਜੀ, ਨਾ, ਲਾਸ਼ ਤਾਂ ਪਰਿਵਾਰ ਨੂੰ ਤਾਂ ਅੱਜ ਤੱਕ ਇਹ ਵਿਚਾਰੇ ਪਰਿਵਾਰ ਭਾਲਦੇ ਫਿਰਦੇ ਆ ਵੀ ਸਾਡੇ ਮੁੰਡੇ ਲਾਪਤਾ ਖਨੀ ਕਿਤੋਂ ਮਿਲ ਜਾਣਗੇ। ਇਹ ਬਹੁਤ ਵੱਡਾ ਦਿਖਾਂਤ ਹੈ ਮੇਰੀ ਕੌਮ ਦਾ ਵੀ ਅੱਜ ਤੱਕ ਮਾਂ ਪਿਓ ਬਾਰ-ਬਾਰ ਝਾਕਦੇ ਆ ਵੀ ਸ਼ਾਇਦ ਕਿਤੇ ਸਾਡਾ ਮੁੰਡਾ ਹੀ ਆ ਜੇ। ਬਹੁਤ ਤੁਹਾਡੀਆਂ ਅੱਖਾਂ ਦੇ ਸਾਹਮਣੇ ਕਿੰਨੇ ਕੁ ਐਸੇ ਬੰਦੇ ਆ ਜਿਹੜੇ ਸੰਘਰਸ਼ ਲੜਦੇ ਲੜਦੇ ਮੁੱਕ ਗਏ? ਇਹ ਤਾਂ ਜੀ ਸੈਂਕੜਿਆਂ 'ਚ ਗਿਣਤੀ ਜਿਹੜਿਆਂ ਨੇ ਲੜਦੇ ਲੜਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਮੈਂ ਆਪ ਸੋਚਦਾ ਹੁੰਦਾ ਵੀ ਮੇਰੇ 'ਚ ਕਿਤੇ ਨਾ ਕਿਤੇ ਕਮੀ ਰਹਿ ਗਈ, ਮੈਂ ਸ਼ਹੀਦੀ ਨੂੰ ਪ੍ਰਾਪਤ ਨਹੀਂ ਹੋਇਆ। ਇਹ ਮੇਰੇ ਨਿਕੰਮੇ ਕਰਮ ਲਾ ਲਓ ਜਾਂ ਕਿਸੇ ਤਰ੍ਹਾਂ ਦੀ ਮੇਰੇ 'ਚ ਘਾਟ ਆ ਜਿਹੜਾ ਮੈਂ ਸ਼ਹਾਦਤ ਪ੍ਰਾਪਤ ਨਹੀਂ ਕਰ ਸਕਿਆ। ਆ ਦੁੱਖ ਸਹਿਣ ਕਰ ਰਿਹਾ ਔਰ ਮੈਂ ਦੁਖੀ ਹਾਂ, ਮੇਰੇ ਨਾਲ ਮੇਰਾ ਪਰਿਵਾਰ ਵੀ ਦੁਖੀ ਹੈ। ਸਾਰਿਆਂ ਦੀ ਜ਼ਿੰਦਗੀ ਮੈਂ ਘਰ ਦੀ ਤਬਾਹ ਕਰਤੀ, ਪ੍ਰੋਪਰਟੀ ਵੀ ਜਦ ਤਬਾਹ ਕਰਤੀ, ਸਾਰਾ ਘਰ ਖਤਮ ਕਰਤਾ ਜਾਣੀ। ਜਿੱਥੇ ਅੱਜ ਜੇ ਮੈਂ ਵੀ ਉਹਨਾਂ ਵਾਲੇ ਰਾਹ ਤੁਰਦਾ, ਜਿਵੇਂ ਮੈਨੂੰ ਕਹਿੰਦੇ ਸੀ ਵੀ ਬਾਪੂ ਨੂੰ ਮਿਲਾਉਣਾ ਹੈ, ਪਰ ਮੈਨੂੰ ਦ੍ਰਿੜ ਨਿਸ਼ਚੈ ਮੈਂ ਬਾਪੂ ਨੂੰ ਮਿਲ ਕੇ ਵੀ ਡੋਲਦਾ ਨਹੀਂ ਸੀ। ਪਰ ਜੇ ਡੋਲ ਜਾਂਦਾ ਫਿਰ ਨਾ ਆਹ ਲੱਤਾਂ ਟੁੱਟਾਈਆਂ ਹੋਣੀਆਂ ਸੀ ਤੇ ਨਾ ਕੋਈ ਢੂਈ 'ਚ ਦਰਦ ਹੋਣਾ ਸੀ। ਚੰਗੀ ਵੱਡੀ ਗੱਡੀ ਹੁੰਦੀ ਫੋਰਚੂਨਰ ਵਗੈਰਾ ਤੇ ਮੈਂ ਆਰਾਮ ਨਾਲ ਜਾਇਆ ਕਰਦਾ। ਪਰ ਮੈਂ ਉਹ ਸਭ ਕੁਛ ਇੰਝ ਕਹਿ ਲਈਏ ਵੀ ਜਿਨ੍ਹਾਂ ਦੀਆਂ ਪ੍ਰਾਪਰਟੀਆਂ ਬਚੀਆਂ ਨੇ, ਹਾਂਜੀ, ਜਾਂ ਅੱਜ ਐਸ਼ ਪ੍ਰਸਤੀ ਦੀ ਜ਼ਿੰਦਗੀ ਜੀ ਰਹੇ ਨੇ, ਬਿਲਕੁਲ, ਔਰ ਖੁੱਲ੍ਹ ਕੇ ਬੋਲਦੇ ਪਏ ਨੇ, ਤੁਹਾਡੇ ਕਹਿਣ ਤੋਂ ਭਾਵ 100% ਤੁਹਾਨੂੰ ਕਲੀਅਰ ਹੈ ਵੀ ਉਹ ਸਰਕਾਰ ਦੀ ਸ਼ਹਿ ਦੇ ਉੱਪਰ? ਬਿਲਕੁਲ ਜੀ, ਬਿਲਕੁਲ। ਜਿਹੜੇ ਖਾੜਕੂਬਾਦ ਚੋਂ ਪਿਛਲੇ ਟਾਈਮ 'ਚ 93-94 'ਚ ਮਾੜਾ ਮੋਟੇ ਨਿੱਕੇ ਮੋਟੇ ਕੇਸਾਂ 'ਚ ਫੜ ਕੇ ਅੰਦਰ ਦੇ ਤੇ ਮਗਰ ਨਾਂ ਲੱਗ ਗਿਆ ਖਾਲਸਤਾਨੀ ਦਾ, ਉਹ ਬੰਦੇ ਅੱਜ ਵੀ ਮਤਲਬ ਸ਼ਰੇਆਮ ਬੋਲਦੇ ਆ। ਉਹਨਾਂ ਨੂੰ ਕੋਈ ਰੋਕਣ ਵਾਲਾ ਨਹੀਂ, ਕੋਈ ਉਹਨਾਂ ਨੂੰ ਜਿਹੜਾ ਕੁਝ ਫੇਸਬੁੱਕ ਪੇਜਾਂ 'ਤੇ ਲਿਖਦੇ ਆ ਉਹਦਿਆਂ 'ਤੇ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ, ਜੋ ਮਰਜ਼ੀ ਲਿਖੀ ਜਾਣ। ਸਾਡੇ ਜਿਹੜੇ ਕੌਮ ਦੇ ਲੋਕ ਬਾਹਰ ਬੈਠੇ ਆ ਉਹਨਾਂ ਨੂੰ ਇਹ ਸਿਸਟਮ ਦਾ ਪਤਾ ਨਹੀਂ,
ਉਹ ਕਮੈਂਟ ਵੀ ਕਰੀ ਜਾਂਦੇ ਆ, ਇਹਨਾਂ ਨੂੰ ਮਦਦ ਵੀ ਕਰੀ ਜਾਂਦੇ ਆ, ਪੈਸੇ ਦੇਈ ਜਾਂਦੇ, ਹਾਂ ਪੈਸੇ ਵੀ ਇਹਨਾਂ ਨੂੰ ਦੇਈ ਜਾਂਦੇ ਆ। ਉਹ ਜਿਹੜੇ ਉਹ ਲਿਖਦੇ ਉਹ ਇੱਕ ਪਾਸੇ ਸਰਕਾਰ ਤੋਂ ਪੈਸੇ ਲੈਂਦੇ ਆ, ਦੂਜੇ ਪਾਸੇ ਬਾਹਰੋਂ ਉਹਨਾਂ ਨੂੰ ਫੰਡ ਆ ਰਹੇ ਆ। ਮਤਲਬ ਜੇ ਨਪੀੜਿਆ ਜਾ ਰਿਹਾ ਤਾਂ ਜਿਹੜਾ ਸੱਚਾ ਸੀ ਬੰਦਾ, ਸੰਘਰਸ਼ ਦੇ ਸਿੱਖ ਕੌਮ ਦੇ ਨਾਲ ਖੜਾ ਸੀ, ਸਿੱਖ ਕੌਮ ਲਈ ਲੜਿਆ, ਉਹ ਨਪੀੜਿਆ ਗਿਆ। ਸਿੱਖ ਕੌਮ ਨਾਲ ਗਦਾਰੀ ਕਰਨ ਵਾਲੇ ਆ ਜਿਹੜੇ, ਉਹ ਵੱਡੀਆਂ ਗੱਡੀਆਂ ਤੇ ਘੁੰਮਦੇ ਅੱਜ। ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀਆਂ ਜੀ। ਸੋ ਦੋਸਤੋ, ਬੜਾ ਇੱਕ ਮਸਲਾ ਸੀ। ਵੀਰ ਜੀ ਕਹਿੰਦੇ ਕਿ ਜੇ ਕੋਈ ਐਸੀ ਸੂਚੀ ਤਿਆਰ ਕੀਤੀ ਹੁੰਦੀ, ਘੱਟੋ ਘੱਟ ਕੌਮ ਨੂੰ ਪਤਾ ਲੱਗਦਾ ਵੀ ਕਿਹੜੇ ਲੋਕਾਂ ਨੇ ਸੰਘਰਸ਼ ਲੜਿਆ। ਪਰ ਕਈ ਵਾਰੀ ਐਸੇ ਹੋ ਜਾਂਦਾ ਵੀ ਇੱਕ ਖਾੜਕੂ ਸਿੰਘ ਦੀ ਸੁਣਦੇ ਆ ਤੇ ਉਹਦੀ ਨਜ਼ਰ ਦੇ ਅੰਦਰ ਜਿਹੜਾ ਸਹੀ ਹੁੰਦਾ ਹੈ, ਦੂਜਾ ਖਾੜਕੂ ਸਿੰਘ ਕਈ ਵਾਰੀ ਉਸ ਗੱਲ ਨੂੰ ਕੱਟ ਦਿੰਦਾ ਹੈ ਵੀ ਐਸਾ ਨਹੀਂ ਹੈ। ਜੇ ਕੋਈ ਇੱਕ ਕਹਿੰਦਾ ਦਲਜੀਤ ਸਿੰਘ ਬਿੱਟੂ ਸਖੀ ਹੈ, ਕਈ ਵਾਰੀ ਦੂਜਾ ਆ ਕੇ ਕਹਿ ਦਿੰਦਾ ਨਹੀਂ ਉਹ ਸਹੀ ਨਹੀਂ ਹੈ। ਕੋਈ ਕਹਿ ਦਿੰਦਾ ਸਿਮਰਨਜੀਤ ਸਿੰਘ ਮਾਨ। ਉਹ ਉੱਥੇ ਥੋੜ੍ਹੀ ਜਿਹੀ ਸਾਡੇ ਲਈ ਇੱਕ ਦੁਬਿਧਾ ਖੜੀ ਹੋ ਜਾਂਦੀ ਹੈ ਤੇ ਕੋਸ਼ਿਸ਼ ਕਰਦੇ ਹਾਂ ਵੀ ਕਿਸੇ ਦਿਨ ਸਟੂਡੀਓ ਦੇ ਅੰਦਰ 2-3 ਵੀਰਾਂ ਨੂੰ ਸੱਦਾ ਦਿੱਤਾ ਜਾਵੇ ਤੇ ਉਹ ਆਪਸੀ ਬੈਠ ਕੇ ਘੱਟੋ ਘੱਟ ਕਲੀਅਰ ਕਰ ਸਕਣ, ਸਾਨੂੰ ਇਹ ਦੱਸ ਸਕਣ ਵੀ ਸੰਘਰਸ਼ ਕਿਉਂ ਲੜੇ ਸੀ, ਮਕਸਦ ਮਨੋਰਥ ਕੀ ਸੀ, ਕੀ ਪ੍ਰਾਪਤੀਆਂ ਹੋਈਆਂ, ਤੇ ਹੁਣ ਜੇ ਅੱਜ ਦੀ ਗੱਲ ਕਰੀਏ ਤੇ ਸੰਵਿਧਾਨਕ ਤੌਰ 'ਤੇ ਕੀ ਪ੍ਰਾਪਤ ਕਰ ਸਕਦੇ ਹੋ। ਇਹਨਾਂ ਕੁਝ ਕਹਿੰਦਾ ਤੁਹਾਡੇ ਕੋਲ ਕੀ ਮਦਦ ਜਾਚਕਾਂ। ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਆਵਾਂਗਾ। ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।